ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਦਾ ਅੰਤਰਰਾਸ਼ਟਰੀ ਯਾਤਰਾ ਦੇ ਲਈ ਐਲਾਨ, ਜ਼ਰੂਰੀ ਹੋਵੇਗਾ ਕੋਵਿਡ-19 ਵੈਕਸੀਨ ਪਾਸਪੋਰਟ। ਅਮਰੀਕਾ ਨੇ ਕੈਨੇਡਾ ਨੂੰ ਦਿੱਤੀ ਯਾਤਰਾ ਦੇ ਲਈ ਢਿੱਲ, ਨਹੀਂ ਹੋਇਆ ਬਾਰਡਰ ਖੋਲ੍ਹਣ ਦਾ ਅਜੇ ਐਲਾਨ। ਮਾਲ ਦੇ ਬਾਹਰ ਹੋਈ ਲੜਾਈ ਦੀ ਅਪਡੇਟ, ਪੰਜਾਬੀਆਂ ਦੇ ਨਾਮ ਆਏ ਇਸ ਦੇ ਵਿੱਚ ਸਾਹਮਣੇ। ਕੈਨੇਡਾ ਦਾ ਔਰਤਾਂ ਲਈ ਨਵਾਂ ਐਲਾਨ, ਚਲਾਏ ਜਾਣਗੇ 11 ਨਵੇਂ ਪ੍ਰੋਜੈਕਟ। ਏਅਰਪੋਰਟ ਦੇ ਬਦਲੇ ਨਿਯਮ, ਹੁਣ ਕੋਰੋਨਾ ਟੈਸਟ ਹੋਏ ਬੰਦ। ਹੈਲੀਕਾਪਟਰ ਦੇ ਵਿੱਚ ਕੇਕ ਲੈਣ ਗਿਆ ਵਿਅਕਤੀ, ਪੁਲਿਸ ਨੇ ਲਗਾਏ ਵਿਅਕਤੀ ਤੇ ਚਾਰਜ। ਕੈਨੇਡਾ ਵੱਲੋਂ ਅੰਤਰਰਾਸ਼ਟਰੀ ਯਾਤਰਾ ਸੰਬੰਧੀ ਵੱਡਾ ਐਲਾਨ ਕੀਤਾ ਗਿਆ, ਜਿਸ ਦੀ ਜਾਣਕਾਰੀ ਇਮੀਗ੍ਰੇਸ਼ਨ ਮੰਤਰੀ ਵੱਲੋਂ ਸਾਂਝੀ ਕੀਤੀ ਗਈ ਹੈ। ਇਮੀਗ੍ਰੇਸ਼ਨ ਮੰਤਰੀ ਵੱਲੋਂ ਕੋਵਿਡ-19 ਵੈਕਸੀਨ ਪਾਸਪੋਰਟ ਦੇ ਬਾਰੇ ਅਪਡੇਟ ਦਿੱਤੀ ਗਈ, ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਵਾਸਤੇ ਉਹਨਾਂ ਵੱਲੋਂ ਇਹ ਵੈਕਸੀਨ ਪਾਸਪੋਰਟ ਸਿਸਟਮ ਲੈ ਕੇ ਆਂਦਾ ਜਾ ਰਿਹਾ ਹੈ। ਨਾਲ ਹੀ ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਵੱਖ-ਵੱਖ ਪ੍ਰੋਵਿੰਸਸ ਦੇ ਨਾਲ ਵੀ ਇਸ ਮੁੱਦੇ ਦੇ ਉੱਪਰ ਗੱਲਬਾਤ ਚੱਲ ਰਹੀ ਹੈ ਕਿ ਇਹਨਾਂ ਸੂਬਿਆਂ ਦੇ ਵਿੱਚ ਵੀ ਕੋਵਿਡ-19 ਵੈਕਸੀਨ ਪਾਸਪੋਰਟ ਸਿਸਟਮ ਨੂੰ ਲਾਗੂ ਕੀਤਾ ਜਾਵੇ। ਕੈਨੇਡਾ ਤੋਂ ਅੰਤਰਰਾਸ਼ਟਰੀ ਯਾਤਰੀਆਂ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਸਾਹਮਣੇ ਆਈ ਹੈ। ਜੀ ਹਾਂ, ਕੈਨੇਡਾ ਅੰਤਰਰਾਸ਼ਟਰੀ ਯਾਤਰੀਆਂ ਦੇ ਵਾਸਤੇ ਕੋਵਿਡ-19 ਵੈਕਸੀਨ ਪਾਸਪੋਰਟ ਲੈ ਕੇ ਆ ਰਿਹਾ ਹੈ। ਇਸ ਦੀ ਜਾਣਕਾਰੀ ਇਮੀਗ੍ਰੇਸ਼ਨ ਮੰਤਰੀ ਵੱਲੋਂ ਸਾਂਝੀ ਕੀਤੀ ਗਈ। ਨਾਲ ਹੀ ਇਮੀਗ੍ਰੇਸ਼ਨ ਮੰਤਰੀ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਵੱਲੋਂ ਕੋਵਿਡ-19 ਵੈਕਸੀਨ ਪਾਸਪੋਰਟ ਦੇ ਨਾਲ ਸੰਬੰਧਿਤ ਪ੍ਰੋਵਿੰਸਸ ਅਤੇ ਟੈਰੀਟਰੀਜ਼ ਦੇ ਨਾਲ ਵੀ ਵਿਚਾਰ ਕੀਤੀ ਜਾ ਰਹੀ ਹੈ, ਤਾਂ ਕਿ ਇਹਨਾਂ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਇਸ ਸਿਸਟਮ ਨੂੰ ਲਾਗੂ ਕੀਤਾ ਜਾਵੇ। ਇਸ ਵੈਕਸੀਨ ਸਰਟੀਫਿਕੇਟ ਦੇ ਵਿੱਚ ਕਿਸੇ ਵੀ ਵਿਅਕਤੀ ਦੀ ਕੋਵਿਡ-19 ਵੈਕਸੀਨ ਦੇ ਨਾਲ ਸੰਬੰਧਿਤ ਜਾਣਕਾਰੀ ਹੋਵੇਗੀ, ਜਿਸ ਦੇ ਵਿੱਚ ਦੱਸਿਆ ਜਾਵੇਗਾ ਕਿ ਉਸ ਵੱਲੋਂ ਕੋਵਿਡ-19 ਵੈਕਸੀਨ ਦੇ ਸ਼ਾਟ ਕਦੋਂ ਹਾਸਿਲ ਕੀਤੇ ਗਏ। ਇਹ ਕੋਵਿਡ-19 ਵੈਕਸੀਨ ਸਰਟੀਫਿਕੇਟ ਸਾਰੇ ਸਿਟੀਜ਼ਨਸ, ਪੀਆਰ, ਟੈਂਪਰੇਰੀ ਰੈਜ਼ੀਡੈਂਟਸ ਦੇ ਵਾਸਤੇ ਹੋਵੇਗਾ। ਇਹ ਉਹਨਾਂ ਕੈਨੇਡਾ ਵਾਸੀਆਂ ਦੇ ਲਈ ਹੋਵੇਗਾ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟ ਹਾਸਲ ਕੀਤੇ ਹੋਣਗੇ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਅੰਤਰਰਾਸ਼ਟਰੀ ਯਾਤਰਾ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਕਦਮ ਚੁੱਕਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਨੂੰ ਖੁਸ਼ੀ ਹੋਵੇਗੀ ਜੇਕਰ ਵੱਖ-ਵੱਖ ਪ੍ਰੋਵਿੰਸਸ ਦੇ ਵਿੱਚ ਵੀ ਇਸ ਨੂੰ ਡੋਮੈਸਟਿਕ ਪ੍ਰੂਫ ਆਫ ਵੈਕਸੀਨੇਸ਼ਨ ਟੂਲ ਦੇ ਤੌਰ ਦੇ ਉੱਪਰ ਵਰਤਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਿਊਬੈਕ ਸੂਬੇ ਦੇ ਵਿੱਚ ਕੋਵਿਡ-19 ਵੈਕਸੀਨ ਸਿਸਟਮ ਲਾਗੂ ਕਰਨ ਸੰਬੰਧੀ ਜਾਣਕਾਰੀ ਸਾਹਮਣੇ ਆਈ ਸੀ, ਜਿਸ ਦੇ ਵਿੱਚ ਦੱਸਿਆ ਗਿਆ ਕਿ ਸਤੰਬਰ 1 ਤੋਂ ਇਸ ਸੂਬੇ ਦੇ ਵਿੱਚ ਕੋਵਿਡ-19 ਵੈਕਸੀਨ ਪਾਸਪੋਰਟ ਸਿਸਟਮ ਲਾਗੂ ਕੀਤਾ ਜਾਵੇਗਾ, ਜਿਸ ਦੀ ਜਾਣਕਾਰੀ ਪ੍ਰੋਵਿੰਸ ਦੇ ਸਿਹਤ ਮੰਤਰੀ ਵੱਲੋਂ ਸਾਂਝੀ ਕੀਤੀ ਗਈ। ਦੱਸ ਦਈਏ ਕਿ ਕਿਊਬੈਕ ਦੇ ਵਿੱਚ ਇਹ ਵੈਕਸੀਨ ਪਾਸਪੋਰਟ ਜਿਮ, ਬਾਰ, ਰੈਸਟੋਰੈਂਟ ਅਤੇ ਤਿਉਹਾਰਾਂ ਦੇ ਦੌਰਾਨ ਵਰਤਿਆ ਜਾਵੇਗਾ। ਪ੍ਰੋਵਿੰਸ ਵੱਲੋਂ ਦੱਸਿਆ ਗਿਆ ਹੈ ਕਿ ਵੈਕਸੀਨੇਸ਼ਨ ਦੇ ਨਾਲ ਜੁੜੇ ਹੋਏ ਇਸ ਪ੍ਰੂਫ ਦੀ ਜ਼ਰੂਰਤ ਰੀਟੇਲ ਸਟੋਰਸ ਦੇ ਉੱਪਰ ਨਹੀਂ ਹੋਵੇਗੀ। ਅਮਰੀਕਾ ਵੱਲੋਂ ਕੈਨੇਡਾ ਨੂੰ ਯਾਤਰਾ ਸੰਬੰਧੀ ਕੁਝ ਰਾਹਤ ਦਿੱਤੀ ਗਈ ਹੈ। ਸੀਡੀਸੀ ਵੱਲੋਂ ਵੀ ਕੈਨੇਡਾ ਨੂੰ ਯਾਤਰਾ ਸੰਬੰਧੀ ਲੈਵਲ 2 ਦੀ ਰੇਟਿੰਗ ਦਿੱਤੀ ਗਈ, ਪਰ ਅਮਰੀਕਾ ਵੱਲੋਂ ਕੈਨੇਡੀਅਨਸ ਦੇ ਵਾਸਤੇ ਬਾਰਡਰ ਕਦੋਂ ਖੋਲ੍ਹਿਆ ਜਾਵੇਗਾ ਅਜੇ ਤੱਕ ਸਪਸ਼ਟ ਨਹੀਂ ਕੀਤਾ ਗਿਆ। ਅਮਰੀਕਾ ਵੱਲੋਂ ਕੈਨੇਡਾ ਨੂੰ ਯਾਤਰਾ ਸੰਬੰਧੀ ਕੁਝ ਰਾਹਤ ਦਿੱਤੀ ਗਈ ਹੈ, ਪਰ ਅਮਰੀਕਨਸ ਵੱਲੋਂ ਅਜੇ ਐਲਾਨ ਨਹੀਂ ਕੀਤਾ ਗਿਆ ਕਿ ਕੈਨੇਡਾ ਵਾਸੀਆਂ ਦੇ ਲਈ ਉਹਨਾਂ ਵੱਲੋਂ ਬਾਰਡਰ ਕਦੋਂ ਖੋਲ੍ਹਿਆ ਜਾਵੇਗਾ। ਜੀ ਹਾਂ, ਯੂਐਸ ਸਟੇਟ ਡਿਪਾਰਟਮੈਂਟ ਵੱਲੋਂ ਕੈਨੇਡਾ ਨੂੰ ਟਰੈਵਲ ਐਡਵਾਈਜ਼ਰੀ ਦੇ ਲੈਵਲ 2 ਦੇ ਉੱਪਰ ਰੱਖਿਆ ਗਿਆ। ਇਸ ਬਾਰੇ ਜਾਣਕਾਰੀ ਉਹਨਾਂ ਵੱਲੋਂ ਇੱਕ ਸਟੇਟਮੈਂਟ ਦੇ ਰਾਹੀਂ ਸਾਂਝੀ ਕੀਤੀ ਗਈ ਹੈ। ਦ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਵੱਲੋਂ ਕੈਨੇਡਾ ਨੂੰ ਯਾਤਰਾ ਸੰਬੰਧੀ ਕੁਝ ਰਾਹਤ ਦਿੱਤੀ ਗਈ ਹੈ, ਜਿੱਥੇ ਉਹਨਾਂ ਵੱਲੋਂ ਕੈਨੇਡਾ ਨੂੰ ਲੈਵਲ 2 ਦੀ ਰੇਟਿੰਗ ਦੇ ਉੱਪਰ ਰੱਖਿਆ ਗਿਆ। ਇਸ ਸਭ ਦੇ ਬਾਵਜੂਦ ਵੀ ਅਜੇ ਤੱਕ ਅਮਰੀਕਾ ਵੱਲੋਂ ਸਪਸ਼ਟ ਨਹੀਂ ਕੀਤਾ ਗਿਆ ਕਿ ਉਹਨਾਂ ਦੇ ਲਈ ਕੈਨੇਡਾ ਵਾਸੀਆਂ ਵੱਲੋਂ ਕਦੋਂ ਬਾਰਡਰ ਖੋਲ੍ਹਿਆ ਜਾਵੇਗਾ। ਇਸ ਦੇ ਉਲਟ ਕੈਨੇਡਾ ਵੱਲੋਂ ਫੁੱਲੀ ਵੈਕਸੀਨੇਟਡ ਅਮਰੀਕਨਸ ਦੇ ਵਾਸਤੇ 9 ਅਗਸਤ ਤੋਂ ਬਾਰਡਰ ਖੋਲ੍ਹ ਦਿੱਤਾ ਗਿਆ, ਜਿਸ ਦੇ ਰਾਹੀਂ ਫੁੱਲੀ ਵੈਕਸੀਨੇਟਡ ਅਮਰੀਕਨਸ ਕੈਨੇਡਾ ਦੇ ਵਿੱਚ ਗੈਰ ਜ਼ਰੂਰੀ ਯਾਤਰਾ ਦੇ ਵਾਸਤੇ ਦਾਖਲ ਹੋ ਸਕਦੇ ਨੇ। ਪਰ ਅਮਰੀਕਾ ਵੱਲੋਂ ਕੈਨੇਡਾ ਦੇ ਵਾਸਤੇ ਮਾਰਚ 2020 ਤੋਂ ਹੀ ਕੋਰੋਨਾ ਵਾਇਰਸ ਦੇ ਕਾਰਨ ਬਾਰਡਰ ਬੰਦ ਰੱਖਿਆ ਹੋਇਆ ਹੈ। ਯੂਐਸ ਵੱਲੋਂ ਇਸ ਬਾਰਡਰ ਸੰਬੰਧੀ ਜੋ ਐਲਾਨ ਕੀਤਾ ਗਿਆ, ਉਸ ਦੇ ਵਿੱਚ ਉਹਨਾਂ ਨੇ ਬਾਰਡਰ ਦੇ ਉੱਪਰ ਲੱਗੀਆਂ ਪਾਬੰਦੀਆਂ ਨੂੰ ਅਗਸਤ 21 ਤੱਕ ਵਧਾਇਆ। ਇਸ ਦੇ ਨਾਲ ਹੀ ਸੀਡੀਸੀ ਵੱਲੋਂ ਕੁਝ ਦੇਸ਼ਾਂ ਦੇ ਵਿੱਚ ਅਮਰੀਕਨਸ ਨੂੰ ਯਾਤਰਾ ਸੰਬੰਧੀ ਚੇਤਾਵਨੀ ਦਿੱਤੀ ਗਈ ਹੈ। ਸੀਡੀਸੀ ਦਾ ਕਹਿਣਾ ਹੈ ਕਿ ਇਜ਼ਰਾਈਲ, ਫਰਾਂਸ, ਥਾਈਲੈਂਡ, ਆਈਸਲੈਂਡ ਅਤੇ ਹੋਰ ਕਈ ਦੇਸ਼ਾਂ ਦੇ ਵਿੱਚ ਯਾਤਰਾ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇੱਥੇ ਪਹਿਲਾਂ ਦੇ ਮੁਕਾਬਲੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। ਮਿਸੀਸਾਗਾ ਦੇ ਮਾਲ ਦੇ ਬਾਹਰ ਜੂਨ ਮਹੀਨੇ ਦੌਰਾਨ ਲੜਾਈ ਹੋਈ ਸੀ। ਇਹ ਮਾਮਲਾ ਸਾਹਮਣੇ ਆਇਆ ਜਿੱਥੇ ਬੇਸਬਾਲ ਅਤੇ ਕ੍ਰਿਕਟ ਬੈਟ ਦੇ ਨਾਲ ਲੜਾਈ ਹੋਈ। 3 ਜਾਣੇ ਇਸ ਦੌਰਾਨ ਜ਼ਖਮੀ ਹੋਏ ਸਨ। ਹੁਣ ਪੁਲਿਸ ਵੱਲੋਂ ਇਸ ਸੰਬੰਧੀ 2 ਨੌਜਵਾਨਾਂ ਦੀ ਪਹਿਚਾਣ ਜਨਤਕ ਕੀਤੀ ਗਈ ਹੈ। ਜਿਹੜੇ ਨੌਜਵਾਨਾਂ ਦੀ ਪਹਿਚਾਣ ਦੱਸੀ ਗਈ, ਦੋਨੋਂ ਹੀ ਪੰਜਾਬੀ ਮੂਲ ਦੇ ਹਨ। ਜੂਨ ਮਹੀਨੇ ਦੌਰਾਨ ਜੋ ਮਿਸੀਸਾਗਾ ਦੇ ਮਾਲ ਦੇ ਬਾਹਰ ਲੜਾਈ ਹੋਈ ਸੀ, ਇਸ ਲੜਾਈ ਦੇ ਵਿੱਚ ਜਿਹੜੇ 2 ਨੌਜਵਾਨ ਸ਼ਾਮਲ ਸਨ, ਉਹਨਾਂ ਦੀ ਪਹਿਚਾਣ ਪੁਲਿਸ ਵੱਲੋਂ ਜਨਤਕ ਕੀਤੀ ਗਈ ਹੈ।
ਦੱਸ ਦਈਏ ਕਿ ਟੋਰਾਂਟੋ ਦੇ ਸ਼ਹਿਰ ਮਿਸੀਸਾਗਾ ਦੇ ਵਿੱਚ ਜੂਨ ਮਹੀਨੇ ਦੌਰਾਨ ਮਾਲ ਦੇ ਬਾਹਰ ਨੌਜਵਾਨਾਂ ਦੇ ਵਿਚਕਾਰ ਲੜਾਈ ਹੋਈ ਸੀ। ਹੁਣ ਪੁਲਿਸ ਵੱਲੋਂ ਇਸ ਘਟਨਾ ਸੰਬੰਧੀ 2 ਨੌਜਵਾਨਾਂ ਦੀ ਪਹਿਚਾਣ ਜਨਤਕ ਕੀਤੀ ਗਈ ਹੈ। ਜਿਹੜੇ 2 ਨੌਜਵਾਨਾਂ ਦੀ ਪਹਿਚਾਣ ਦੱਸੀ ਗਈ, ਇਹ ਦੋਨੋਂ ਪੰਜਾਬੀ ਮੂਲ ਦੇ ਹਨ। ਇਸ ਦੇ ਵਿੱਚੋਂ ਇੱਕ ਦਾ ਨਾਮ ਆਯੂਸ਼ ਸ਼ਰਮਾ ਅਤੇ ਦੂਸਰੇ ਦਾ ਹਰਪ੍ਰੀਤ ਸਿੰਘ ਹੈ। ਜਾਣਕਾਰੀ ਦੇ ਮੁਤਾਬਕ ਮਾਲ ਦੇ ਬਾਹਰ ਬੇਸਬਾਲ ਬੈਟਾਂ ਦੇ ਨਾਲ ਅਤੇ ਕ੍ਰਿਕਟ ਬੈਟਾਂ ਦੇ ਨਾਲ ਲੜਾਈ ਹੋਈ ਸੀ। ਇਸ ਦੌਰਾਨ 3 ਜਾਣੇ ਜ਼ਖਮੀ ਹੋਏ ਸਨ। ਪੀਲ ਰੀਜਨਲ ਪੁਲਿਸ ਵੱਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਇਹਨਾਂ 2 ਜਾਣਿਆਂ ਦੀ ਉਹਨਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਨਾਮ ਉਹਨਾਂ ਵੱਲੋਂ ਜਨਤਕ ਕੀਤੇ ਗਏ। ਨਾਲ ਹੀ ਉਹਨਾਂ ਇਹ ਵੀ ਦੱਸਿਆ ਕਿ ਇਹਨਾਂ 2 ਨੌਜਵਾਨਾਂ ਦੇ ਵਾਸਤੇ ਵਾਰੰਟ ਜਾਰੀ ਕਰ ਦਿੱਤੇ ਗਏ ਨੇ। ਇਸ ਦੇ ਨਾਲ ਹੀ ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਇਸ ਘਟਨਾ ਦੇ ਨਾਲ ਸੰਬੰਧਿਤ 3 ਹੋਰ ਨੌਜਵਾਨਾਂ ਦੀ ਵੀ ਉਹਨਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ, ਜੋ ਕਿ ਸਾਊਥ ਏਸ਼ੀਅਨ ਮੂਲ ਦੇ ਦੱਸੇ ਜਾ ਰਹੇ ਨੇ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਨਿਊ ਕਮਰ ਵੂਮਨ ਦੇ ਵਾਸਤੇ ਵੱਡਾ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਵੱਲੋਂ ਨਵੇਂ ਪ੍ਰੋਜੈਕਟਾਂ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਪ੍ਰੋਜੈਕਟ ਦੇ ਰਾਹੀਂ ਔਰਤਾਂ ਦੀ ਭਲਾਈ ਦੇ ਵਾਸਤੇ ਕੰਮ ਕੀਤੇ ਜਾਣਗੇ। ਇਸ ਦੇ ਨਾਲ ਇਹਨਾਂ ਔਰਤਾਂ ਨੂੰ ਕੀ ਫਾਇਦਾ ਹੋਵੇਗਾ, ਦਵਾਂਗੇ ਜਾਣਕਾਰੀ ਇਸ ਖਬਰ ਦੇ ਵਿੱਚ। ਕੈਨੇਡਾ ਸਰਕਾਰ ਵੱਲੋਂ ਕੈਨੇਡਾ ਅੰਦਰ ਦਾਖਲ ਹੋਣ ਵਾਲੀਆਂ ਨਵੀਆਂ ਔਰਤਾਂ ਦੇ ਲਈ ਕੁਝ ਖਾਸ ਕਦਮ ਚੁੱਕੇ ਜਾ ਰਹੇ ਨੇ। ਇਸ ਦੇ ਨਾਲ ਉਹਨਾਂ ਵੱਲੋਂ ਕੈਨੇਡਾ ਦੇ ਵਿੱਚ ਆਉਣ ਵਾਲੀਆਂ ਨਵੀਆਂ ਔਰਤਾਂ ਨੂੰ ਮਦਦ ਕੀਤੀ ਜਾਵੇਗੀ। ਇਸ ਸੰਬੰਧੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਵੱਲੋਂ ਇਹਨਾਂ ਔਰਤਾਂ ਦੇ ਵਾਸਤੇ 11 ਨਵੇਂ ਪ੍ਰੋਜੈਕਟਸ ਦਾ ਐਲਾਨ ਕੀਤਾ ਗਿਆ। ਇਹਨਾਂ ਪ੍ਰੋਜੈਕਟਸ ਦੇ ਅਧੀਨ ਨਿਊ ਕਮਰ ਵੂਮਨ ਦੇ ਵਾਸਤੇ ਫੈਡਰਲ ਫੰਡਿੰਗ ਦੇ ਅਧੀਨ $2.1 ਮਿਲੀਅਨ ਰੱਖੇ ਜਾ ਰਹੇ ਨੇ। ਦੱਸ ਦਈਏ ਕਿ ਇਸ ਕੰਮ ਦੀ ਸ਼ੁਰੂਆਤ 2018 ਦੇ ਵਿੱਚ ਕੀਤੀ ਗਈ ਸੀ, ਜਦੋਂ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ 11 ਪ੍ਰੋਜੈਕਟ ਸੰਬੰਧੀ ਜਾਣਕਾਰੀ ਦਿੱਤੀ ਗਈ। ਇਹਨਾਂ ਪ੍ਰੋਜੈਕਟਸ ਦੇ ਪਿੱਛੇ ਮਕਸਦ ਸੀ ਕਿ ਨਿਊ ਕਮਰ ਵੂਮਨ ਨੂੰ ਮਦਦ ਪਹੁੰਚਾਈ ਜਾਵੇ। ਇਹਨਾਂ ਪ੍ਰੋਜੈਕਟਸ ਦੇ ਨਾਲ ਇਹ ਔਰਤਾਂ ਆਪਣਾ ਕੰਮ ਲੱਭ ਸਕਣ, ਆਪਣੇ ਸਕਿੱਲਸ ਨੂੰ ਡਿਵੈਲਪ ਕਰ ਸਕਣ। ਦੱਸ ਦਈਏ ਕਿ ਇਹ ਪ੍ਰੋਜੈਕਟ ਉਸ ਵੱਡੀ ਇਨਵੈਸਟਮੈਂਟ ਦਾ ਹਿੱਸਾ ਹਨ, ਜੋ ਕਿ ਬਜਟ 2021 ਦੇ ਦੌਰਾਨ ਐਲਾਨ ਕੀਤੀ ਗਈ ਸੀ। ਇਹਨਾਂ ਪ੍ਰੋਜੈਕਟਸ ਦੇ ਬਾਰੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇਹਨਾਂ ਪ੍ਰੋਜੈਕਟਸ ਦੇ ਨਾਲ ਨਿਊ ਕਮਰ ਵੂਮਨ ਨੂੰ ਕੈਨੇਡਾ ਦੇ ਵਿੱਚ ਮਦਦ ਮੁਹੱਈਆ ਕਰਵਾਈ ਜਾ ਸਕੇਗੀ। ਕੈਲਗਰੀ 에ਅਰਪੋਰਟ ਦੇ ਵੱਲੋਂ ਨਿਯਮਾਂ ਦੇ ਵਿੱਚ ਕੁਝ ਬਦਲਾਅ ਕੀਤਾ ਗਿਆ। ਹੁਣ ਇੱਥੇ ਆਉਣ ਵਾਲੀ ਯਾਤਰੀਆਂ ਦੀ ਰੈਪਿਡ ਟੈਸਟਿੰਗ ਨਹੀਂ ਕੀਤੀ ਜਾ ਰਹੀ। ਜੀ ਹਾਂ, ਦਰਅਸਲ ਕੈਨੇਡਾ ਦੇ ਵੱਲੋਂ 9 ਅਗਸਤ ਤੋਂ ਫੁੱਲੀ ਵੈਕਸੀਨੇਟਡ ਅਮਰੀਕਨਸ ਨੂੰ ਦਾਖਲੇ ਦੀ ਇਜਾਜ਼ਤ ਦਿੱਤੀ ਗਈ ਹੈ, ਜਿਸ ਤੋਂ ਬਾਅਦ 에ਅਰਪੋਰਟ ਦੇ ਉੱਪਰ ਹੁਣ ਜਿਹੜਾ ਮਾਹੌਲ ਹੈ ਉਸ ਦੇ ਵਿੱਚ ਬਦਲਾਅ ਨਜ਼ਰ ਆ ਰਿਹਾ ਹੈ। ਇਹਨਾਂ ਯਾਤਰੀਆਂ ਦੇ ਰੈਪਿਡ ਟੈਸਟ ਨਹੀਂ ਕੀਤੇ ਜਾ ਰਹੇ, ਕਿਉਂਕਿ ਇਸ ਦੇ ਨਾਲ ਸੰਬੰਧਿਤ ਸਰਕਾਰ ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ। ਕੋਰੋਨਾ ਵਾਇਰਸ ਦੇ ਦੌਰਾਨ 에ਅਰਪੋਰਟ ਦੇ ਉੱਪਰ ਜਿਸ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲਦਾ ਸੀ, ਉਸ ਦੇ ਵਿੱਚ ਹੁਣ ਥੋੜਾ ਬਦਲਾਅ ਆਇਆ ਹੈ। ਇਹ ਬਦਲਾਅ YYC ਕੈਲਗਰੀ ਇੰਟਰਨੈਸ਼ਨਲ 에ਅਰਪੋਰਟ ਦੇ ਉੱਪਰ ਦੇਖਣ ਨੂੰ ਮਿਲ ਰਿਹਾ ਹੈ। ਇਸ 에ਅਰਪੋਰਟ ਦੇ ਉੱਪਰ ਟਰਾਂਸਪੋਰਟ ਕੈਨੇਡਾ ਦੇ ਨਿਰਦੇਸ਼ਾਂ ਦੇ ਅਨੁਸਾਰ ਟੈਂਪਰੇਚਰ ਚੈੱਕਸ ਨੂੰ ਹਟਾ ਦਿੱਤਾ ਗਿਆ। ਦੱਸ ਦਈਏ ਕਿ ਕੈਨੇਡਾ ਸਰਕਾਰ ਦੇ ਐਲਾਨ ਦੇ ਮੁਤਾਬਕ ਹੁਣ ਜਿਹੜੇ ਯਾਤਰੀ ਇੰਟਰਨੈਸ਼ਨਲ 에ਅਰਪੋਰਟ ਦੇ ਰਾਹੀਂ ਦਾਖਲ ਹੁੰਦੇ ਨੇ, ਉਹਨਾਂ ਦੇ ਵਿੱਚ ਜ਼ਿਆਦਾਤਰ ਫੁੱਲੀ ਵੈਕਸੀਨੇਟਡ ਯਾਤਰੀ ਨੇ, ਜਿਨ੍ਹਾਂ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ। ਤੇ ਜਦੋਂ ਉਹ ਹੁਣ ਕੈਨੇਡਾ ਪਹੁੰਚਦੇ ਨੇ ਤਾਂ 에ਅਰਪੋਰਟ ਦੇ ਉੱਪਰ ਉਹਨਾਂ ਦਾ ਰੈਪਿਡ ਟੈਸਟ ਨਹੀਂ ਕੀਤਾ ਜਾਂਦਾ। ਪਰ ਫਿਰ ਵੀ ਸਰਕਾਰ ਵੱਲੋਂ ਇਹ ਕਿਹਾ ਗਿਆ ਹੈ ਕਿ ਕਿਸੇ ਦੀ ਵੀ ਰੈਂਡਮ ਟੈਸਟਿੰਗ ਕੀਤੀ ਜਾ ਸਕਦੀ ਹੈ। ਕੈਨੇਡਾ ਆ ਰਹੇ ਇਹਨਾਂ ਯਾਤਰੀਆਂ ਦੇ ਵਾਸਤੇ ਨੈਗੇਟਿਵ ਪ੍ਰੀ ਅਰਾਈਵਲ ਕੋਵਿਡ-19 ਟੈਸਟ ਦਿਖਾਉਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਜਿਹੜੇ ਨਾਨ ਵੈਕਸੀਨੇਟਡ ਜਾਂ ਫਿਰ ਜਿਨ੍ਹਾਂ ਦੇ ਕੋਵਿਡ-19 ਵੈਕਸੀਨ ਦੀ 1 ਡੋਜ਼ ਲੱਗੀ ਹੈ, ਇਹਨਾਂ ਯਾਤਰੀਆਂ ਦਾ ਕੈਨੇਡਾ ਆਉਣ ਦੇ ਉੱਪਰ ਟੈਸਟ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਵਿੱਚ ਕੋਰੋਨਾ ਕਾਰਨ ਜੋ ਯਾਤਰਾ ਸੰਬੰਧੀ ਪਾਬੰਦੀਆਂ ਲਗਾਈਆਂ ਗਈਆਂ ਸਨ, ਇਸ ਦੇ ਵਿੱਚ ਰਾਹਤ ਦੇਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਅਗਸਤ 9 ਤੋਂ ਕੈਨੇਡਾ ਅੰਦਰ ਫੁੱਲੀ ਵੈਕਸੀਨੇਟਡ ਅਮਰੀਕਨਸ ਨੂੰ ਗੈਰ ਜ਼ਰੂਰੀ ਯਾਤਰਾ ਦੇ ਵਾਸਤੇ ਦਾਖਲੇ ਦੀ ਇਜਾਜ਼ਤ ਮਿਲ ਗਈ ਹੈ। ਇਹਨਾਂ ਪੂਰੀ ਤਰ੍ਹਾਂ ਕੋਵਿਡ-19 ਵੈਕਸੀਨ ਦਾ ਟੀਕਾ ਲਗਵਾ ਚੁੱਕੇ ਅਮਰੀਕਨਸ ਨੂੰ ਹੁਣ ਇੱਥੇ ਆ ਕੇ ਕੁਆਰੰਟਾਈਨ ਕਰਨ ਦੀ ਵੀ ਜ਼ਰੂਰਤ ਨਹੀਂ ਹੈ ਤੇ ਨਾ ਹੀ ਉਹਨਾਂ ਦਾ 에ਅਰਪੋਰਟ ਦੇ ਉੱਪਰ ਰੈਪਿਡ ਟੈਸਟ ਕੀਤਾ ਜਾਂਦਾ ਹੈ। ਇੱਕ ਵਿਅਕਤੀ ਨੂੰ ਹੈਲੀਕਾਪਟਰ ਦੇ ਉੱਪਰ ਕੇਕ ਲੈ ਕੇ ਆਉਣਾ ਕਾਫੀ ਜ਼ਿਆਦਾ ਮਹਿੰਗਾ ਪਿਆ, ਕਿਉਂਕਿ ਅਜਿਹਾ ਕਰਨ ਦੇ ਲਈ ਉਸ ਦੇ ਉੱਪਰ ਚਾਰਜ ਲਗਾਏ ਗਏ। ਜਾਣਕਾਰੀ ਦੇ ਮੁਤਾਬਕ ਇਹ ਵਿਅਕਤੀ ਹੈਲੀਕਾਪਟਰ ਦੇ ਉੱਪਰ ਆਈਸਕ੍ਰੀਮ ਕੇਕ ਲੈਣ ਗਿਆ ਹੋਇਆ ਸੀ। ਜਦੋਂ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਹਨਾਂ ਵੱਲੋਂ ਕਾਰਵਾਈ ਕੀਤੀ ਗਈ। ਸਸਕੈਟੂਨ ਦੇ ਇੱਕ ਵਿਅਕਤੀ ਨੂੰ ਹੈਲੀਕਾਪਟਰ ਦੇ ਉੱਪਰ ਕੇਕ ਲੈ ਕੇ ਆਉਣਾ ਕਾਫੀ ਮਹਿੰਗਾ ਪੈ ਗਿਆ, ਕਿਉਂਕਿ ਅਜਿਹਾ ਕਰਨ ਦੇ ਲਈ ਵਿਅਕਤੀ ਦੇ ਉੱਪਰ ਚਾਰਜ ਲਗਾਏ ਗਏ। ਜੀ ਹਾਂ, ਸਸਕੈਟੂਨ ਤੋਂ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ, ਜਿੱਥੇ ਇੱਥੋਂ ਦੇ ਵਿਅਕਤੀ ਵੱਲੋਂ ਹੈਲੀਕਾਪਟਰ ਦੇ ਉੱਪਰ ਡੇਅਰੀ ਕੁਈਨ ਦੇ ਮੋਹਰੇ ਲੈਂਡਿੰਗ ਕੀਤੀ ਗਈ ਤੇ ਇਸ ਦਾ ਨਤੀਜਾ ਇਹ ਨਿਕਲਿਆ ਕਿ ਇਸ ਵਿਅਕਤੀ ਦੇ ਉੱਪਰ ਕ੍ਰਿਮੀਨਲ ਚਾਰਜ ਲਗਾਏ ਗਏ। ਜਾਣਕਾਰੀ ਦੇ ਮੁਤਾਬਕ ਇਹ ਘਟਨਾ 5 ਵਜੇ ਦੇ ਕਰੀਬ ਦੀ ਦੱਸੀ ਗਈ ਹੈ। RCMP ਦਾ ਕਹਿਣਾ ਹੈ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਇਸ ਖੇਤਰ ਦੇ ਵਿੱਚ ਕਿਸੇ ਵੱਲੋਂ ਹੈਲੀਕਾਪਟਰ ਲੈਂਡਿੰਗ ਕੀਤੀ ਗਈ ਹੈ।
ਇਸ ਖੇਤਰ ਦੇ ਵਿੱਚ ਜਿੱਥੇ ਹੈਲੀਕਾਪਟਰ ਲੈਂਡਿੰਗ ਕੀਤੀ ਗਈ ਉੱਥੇ ਸਕੂਲ ਅਤੇ ਇਕੁਇਟਿਕ ਸੈਂਟਰ ਮੌਜੂਦ ਸੀ। RCMP ਦਾ ਕਹਿਣਾ ਹੈ ਕਿ ਇਸ ਖੇਤਰ ਦੇ ਵਿੱਚ ਹੈਲੀਕਾਪਟਰ ਦੀ ਲੈਂਡਿੰਗ ਦੇ ਕਾਰਨ ਕਾਫੀ ਜ਼ਿਆਦਾ ਧੂਲ ਮਿੱਟੀ ਉੱਡੀ। ਇਸ ਸੰਬੰਧੀ ਜੋ ਵਧੇਰੇ ਜਾਣਕਾਰੀ RCMP ਵੱਲੋਂ ਦਿੱਤੀ ਗਈ, ਉਹਨਾਂ ਦੱਸਿਆ ਕਿ ਜਿਸ ਪੈਸੇਂਜਰ ਦੇ ਵੱਲੋਂ ਹੈਲੀਕਾਪਟਰ ਚਲਾਇਆ ਜਾ ਰਿਹਾ ਸੀ ਉਹ ਹੈਲੀਕਾਪਟਰ ਤੋਂ ਬਾਹਰ ਆਇਆ ਤੇ ਉਸ ਵੱਲੋਂ ਆਈਸਕ੍ਰੀਮ ਕੇਕ ਖਰੀਦਿਆ ਗਿਆ। ਪੁਲਿਸ ਦੇ ਮੁਤਾਬਕ ਇਸ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਨਹੀਂ ਸੀ। ਜਿਸ ਪਾਇਲਟ ਵੱਲੋਂ ਇਹ ਹੈਲੀਕਾਪਟਰ ਚਲਾਇਆ ਜਾ ਰਿਹਾ ਸੀ ਉਸ ਦੇ ਕੋਲ ਲਾਇਸੈਂਸ ਸੀ। ਇਸ ਸਭ ਤੋਂ ਬਾਅਦ ਪੁਲਿਸ ਵੱਲੋਂ ਇਸ 34 ਸਾਲਾ ਵਿਅਕਤੀ ਦੇ ਉੱਪਰ 1 ਕਾਊਂਟ ਆਫ ਡੇਂਜਰਸ ਆਪਰੇਸ਼ਨ ਆਫ ਐਨ 에ਅਰਕ੍ਰਾਫਟ ਲਗਾਇਆ ਗਿਆ ਤੇ ਨਾਲ ਹੀ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ 7 ਸਤੰਬਰ ਨੂੰ ਉਸ ਦੀ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ। ਵਰਨਵੀ RCMP ਦੇ ਹੱਥ ਵੱਡੀ ਸਫਲਤਾ ਲੱਗੀ ਹੈ ਜਿੱਥੇ ਉਹਨਾਂ ਵੱਲੋਂ ਨਸ਼ਾ ਅਤੇ ਨਕਦੀ ਬਰਾਮਦ ਕੀਤੀ ਗਈ। RCMP ਨੇ ਟਵਿੱਟਰ ਦੇ ਉੱਪਰ ਜਾਣਕਾਰੀ ਦਿੱਤੀ ਹੈ ਕਿ ਇੱਕ ਤੇਜ਼ ਰਫ਼ਤਾਰ ਦੇ ਵਿੱਚ ਵਾਹਨ ਜਾ ਰਿਹਾ ਸੀ, ਇਸ ਨੂੰ ਰੁਕਵਾਇਆ ਗਿਆ, ਚੈਕਿੰਗ ਕੀਤੀ ਗਈ ਤਾਂ ਇਸ ਦੇ ਵਿੱਚੋਂ ਨਸ਼ਾ ਅਤੇ ਨਕਦੀ ਬਰਾਮਦ ਹੋਈ ਹੈ। ਬਰਨਵੀ ਗੈਂਗ ਇਨਫੋਰਸਮੈਂਟ ਟੀਮ ਵੱਲੋਂ ਕਾਰਵਾਈ ਕਰਦਿਆਂ ਵੱਡੀ ਮਾਤਰਾ ਦੇ ਵਿੱਚ ਨਸ਼ਾ ਅਤੇ ਨਕਦੀ ਬਰਾਮਦ ਕੀਤੀ ਗਈ ਹੈ। ਬਰਨਵੀ ਗੈਂਗ ਇਨਫੋਰਸਮੈਂਟ ਟੀਮ ਵੱਲੋਂ ਇੱਕ ਤੇਜ਼ ਰਫ਼ਤਾਰ ਦੇ ਵਿੱਚ ਜਾ ਰਹੇ ਵਾਹਨ ਨੂੰ ਰੋਕਿਆ ਜਿਸ ਦੇ ਵਿੱਚ ਉਹਨਾਂ ਨੂੰ ਡਰੱਗਸ ਅਤੇ ਕੈਸ਼ ਬਰਾਮਦ ਹੋਇਆ। ਇਸ ਘਟਨਾ ਦੇ ਬਾਰੇ ਬਰਨਵੀ RCMP ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਇੱਕ ਵਾਹਨ ਤੇਜ਼ ਰਫ਼ਤਾਰ ਦੇ ਵਿੱਚ ਜਾ ਰਿਹਾ ਸੀ। ਜਦੋਂ ਉਹਨਾਂ ਵੱਲੋਂ ਇਸ ਵਾਹਨ ਨੂੰ ਰੋਕਿਆ ਗਿਆ ਤਾਂ ਚੈਕਿੰਗ ਕਰਨ ਦੇ ਉੱਪਰ ਉਹਨਾਂ ਨੂੰ ਇਸ ਵਾਹਨ ਦੇ ਵਿੱਚੋਂ ਨਸ਼ਾ ਬਰਾਮਦ ਹੋਇਆ। ਨਾਲ ਹੀ ਉਹਨਾਂ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਜੋ ਵਾਹਨ ਨੂੰ ਚਲਾਉਣ ਵਾਲਾ ਸੀ ਉਸ ਦੇ ਕੋਲ ਡਰਾਈਵਿੰਗ ਲਾਇਸੈਂਸ ਵੀ ਨਹੀਂ ਸੀ। ਇਸ ਡਰਾਈਵਰ ਦੇ ਪੈਰਾਂ ਦੇ ਕੋਲ OC ਸਪਰੇ ਪਈ ਹੋਈ ਸੀ। ਇਸ ਤੋਂ ਬਾਅਦ ਇਸ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਇਸ ਦੇ ਵਿੱਚੋਂ ਕੋਕੇਨ, ਹੈਰੋਇਨ ਅਤੇ ਫੈਂਟਾਨਿਲ ਬਰਾਮਦ ਹੋਈ ਹੈ। ਇਸ ਤੋਂ ਇਲਾਵਾ ਸੈੱਲਫੋਨ ਅਤੇ $1250 ਦੀ ਨਕਦੀ ਵੀ ਬਰਾਮਦ ਹੋਣ ਦੀ RCMP ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਫਿਲਹਾਲ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਅਜੇ ਇਸ ਘਟਨਾ ਸੰਬੰਧੀ ਵਧੇਰੇ ਅਪਡੇਟ ਸਾਂਝੀ ਨਹੀਂ ਕੀਤੀ। ਹੁਣ ਤੱਕ ਦੀ ਵਰਨਵੀ RCMP ਦੀ ਜਾਣਕਾਰੀ ਦੇ ਮੁਤਾਬਕ ਜੋ ਵਾਹਨ ਰੁਕਵਾਇਆ ਗਿਆ ਉਸ ਦੀ ਤਲਾਸ਼ੀ ਲੈਣ ਤੋਂ ਬਾਅਦ ਉਹਨਾਂ ਨੂੰ ਇਸ ਦੇ ਵਿੱਚੋਂ ਨਸ਼ਾ ਅਤੇ ਨਕਦੀ ਬਰਾਮਦ ਹੋਈ ਹੈ। ਕੈਨੇਡਾ ਦੇ ਸੂਬੇ ਅਲਬਰਟਾ ਤੋਂ ਅਨੋਖਾ ਚੋਰੀ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਖੇਤ ਦੇ ਵਿੱਚੋਂ ਚੋਰਾਂ ਵੱਲੋਂ ਲਸਣ ਚੋਰੀ ਕੀਤਾ ਗਿਆ। ਇਹਨਾਂ ਚੋਰਾਂ ਵੱਲੋਂ ਇਸ ਘਟਨਾ ਨੂੰ 2 ਵਾਰ ਅੰਜਾਮ ਦਿੱਤਾ ਗਿਆ ਜਿਸ ਦਾ ਮਤਲਬ ਹੈ ਕਿ 2 ਵਾਰ ਇਸ ਖੇਤ ਦੇ ਵਿੱਚੋਂ ਲਸਣ ਚੋਰੀ ਕੀਤਾ ਗਿਆ। RCMP ਦਾ ਕਹਿਣਾ ਹੈ ਕਿ ਉਹਨਾਂ ਨੂੰ ਪਹਿਲਾਂ ਕਦੇ ਵੀ ਇਸ ਤਰ੍ਹਾਂ ਦੇ ਮਾਮਲੇ ਸੰਬੰਧੀ ਕਦੇ ਜਾਣਕਾਰੀ ਨਹੀਂ ਮਿਲੀ ਤੇ ਬੜਾ ਹੀ ਅਨੋਖਾ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਕੈਨੇਡਾ ਦੇ ਸੂਬੇ ਤੋਂ ਬੜਾ ਹੀ ਅਨੋਖਾ ਚੋਰੀ ਦਾ ਮਾਮਲਾ ਸਾਹਮਣੇ ਆਇਆ। ਇਸ ਚੋਰੀ ਦੇ ਮਾਮਲੇ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਇਸ ਚੋਰੀ ਦੇ ਬਾਰੇ ਕਦੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਕਿ ਕੈਨੇਡਾ ਦੇ ਵਿੱਚ ਲਸਣ ਦੀ ਵੀ ਚੋਰੀ ਹੋ ਸਕਦੀ ਹੈ। ਜੀ ਹਾਂ, ਕੈਨੇਡਾ ਦੇ ਸੂਬੇ ਐਲਬਰਟਾ ਤੋਂ ਚੋਰੀ ਦੀ ਵਾਰਦਾਤ ਸਾਹਮਣੇ ਆਈ ਜਿੱਥੇ ਚੋਰਾਂ ਵੱਲੋਂ ਖੇਤਾਂ 'ਚੋਂ ਲਸਣ ਚੋਰੀ ਕੀਤਾ ਗਿਆ। ਪਹਿਲਾਂ ਤਾਂ ਖੇਤਾਂ ਦੇ ਵਿੱਚ ਲੱਗਾ ਲਸਣ ਹੀਟ ਵੇਵ ਦੇ ਨਾਲ ਖਰਾਬ ਹੋ ਗਿਆ ਤੇ ਬਾਕੀ ਲਸਣ ਕਿਸੇ ਵੱਲੋਂ ਚੋਰੀ ਕਰ ਲਿਆ ਗਿਆ। ਜਦੋਂ ਖੇਤ ਮਾਲਕਾਂ ਨੂੰ ਇਸ ਚੋਰੀ ਦੇ ਬਾਰੇ ਪਤਾ ਲੱਗਿਆ ਤਾਂ ਉਹ ਬਹੁਤ ਹੈਰਾਨ ਹੋਏ। ਉਹਨਾਂ ਦੱਸਿਆ ਕਿ ਇਸ ਚੋਰੀ ਦੇ ਨਾਲ ਉਹਨਾਂ ਦਾ $3000 ਤੱਕ ਦਾ ਨੁਕਸਾਨ ਹੋਇਆ ਹੈ। ਚੋਰਾਂ ਵੱਲੋਂ ਇੱਥੇ 2 ਵਾਰ ਚੋਰੀ ਕੀਤੀ ਗਈ। ਪਹਿਲਾਂ ਚੋਰੀ ਦੀ ਵਾਰਦਾਤ ਜੁਲਾਈ 24 ਅਤੇ ਫਿਰ ਅਗਸਤ 2 ਨੂੰ ਸਾਹਮਣੇ ਆਈ ਹੈ। ਜਦੋਂ ਪਹਿਲੀ ਘਟਨਾ ਸਾਹਮਣੇ ਆਈ ਤਾਂ ਉਸ ਤੋਂ ਬਾਅਦ ਖੇਤ ਮਾਲਕਾਂ ਵੱਲੋਂ ਇੱਥੇ ਕੈਮਰੇ ਲਗਵਾ ਦਿੱਤੇ ਗਏ। ਪਰ ਦੂਸਰੀ ਚੋਰੀ ਦੀ ਵਾਰਦਾਤ ਦੀਆਂ ਜੋ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਉਹ ਇੰਨੀਆਂ ਸਾਫ਼ ਨਹੀਂ ਕਿ ਪੁਲਿਸ ਚੋਰਾਂ ਦੀ ਭਾਲ ਕਰ ਸਕੇ। ਦੱਸ ਦਈਏ ਕਿ 2 ਵਾਰ ਚੋਰਾਂ ਵੱਲੋਂ ਇੱਥੇ ਰਾਤ ਸਮੇਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਘਟਨਾ ਬਾਰੇ RCMP ਦਾ ਕਹਿਣਾ ਹੈ ਕਿ ਇਹ ਬਹੁਤ ਅਨੋਖੀ ਚੋਰੀ ਹੈ। ਉਹਨਾਂ ਨੂੰ ਪਹਿਲਾਂ ਕਦੇ ਵੀ ਇਸ ਤਰ੍ਹਾਂ ਦੀ ਘਟਨਾ ਸੰਬੰਧੀ ਜਾਣਕਾਰੀ ਨਹੀਂ ਮਿਲੀ। ਇਸ ਦੇ ਨਾਲ ਹੀ ਖੇਤ ਮਾਲਕਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ। ਹੁਣ ਉਹਨਾਂ ਨੂੰ ਇੱਥੇ ਦੁਬਾਰਾ ਲਸਣ ਦੀ ਖੇਤੀ ਕਰਨ ਦੇ ਵਾਸਤੇ ਬੀਜ ਖਰੀਦਣੇ ਪੈਣਗੇ ਜਿਸ ਉੱਪਰ ਵੀ ਉਹਨਾਂ ਦਾ ਵੱਡਾ ਖਰਚ ਆਵੇਗਾ। ਕਿਬੇਕ ਦੇ ਵੱਲੋਂ ਸਕੂਲਾਂ ਦੇ ਵਾਸਤੇ ਨਵੇਂ ਨਿਯਮ ਐਲਾਨ ਕੀਤੇ ਗਏ ਨੇ ਜਿਸ ਦੇ ਰਾਹੀਂ ਦੱਸਿਆ ਗਿਆ ਕਿ ਹੁਣ ਸਕੂਲਾਂ ਦੇ ਵਿੱਚ ਕਲਾਸਾਂ ਅੰਦਰ ਵਿਦਿਆਰਥੀਆਂ ਨੂੰ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਅਧਿਆਪਕਾਂ ਦੇ ਵਾਸਤੇ ਵੀ ਕੁਝ ਨਿਯਮ ਸਾਂਝੇ ਕੀਤੇ ਗਏ ਨੇ। ਕੀ ਹਨ ਇਹ ਨਿਯਮ, ਦੱਸਾਂਗੇ ਸਾਰੀ ਜਾਣਕਾਰੀ ਇਸ ਖਬਰ ਦੇ ਵਿੱਚ। ਕਿਬੇਕ ਦੇ ਵੱਲੋਂ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੇ ਵਾਸਤੇ ਨਵੇਂ ਨਿਯਮ ਐਲਾਨ ਕੀਤੇ ਗਏ ਹਨ। ਇਸ ਸੂਬੇ ਦੇ ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਕਿਬੇਕ ਦੇ ਵਿਦਿਆਰਥੀਆਂ ਨੂੰ ਹੁਣ ਸਕੂਲ ਬੱਸਾਂ ਦੇ ਵਿੱਚ ਕਾਮਨ ਏਰੀਆਜ਼ ਦੇ ਵਿੱਚ ਮਾਸਕ ਪਾਉਣ ਦੀ ਜ਼ਰੂਰਤ ਹੋਏਗੀ ਅਤੇ ਇਹਨਾਂ ਵਿਦਿਆਰਥੀਆਂ ਨੂੰ ਕਲਾਸਰੂਮ ਦੇ ਵਿੱਚ ਮਾਸਕ ਪਾਉਣਾ ਜ਼ਰੂਰੀ ਨਹੀਂ ਹੋਵੇਗਾ। ਕਿਬੇਕ ਦੇ ਸਕੂਲਾਂ ਦੇ ਵਿੱਚ ਅਕੈਡਮਿਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਿੱਖਿਆ ਮੰਤਰੀ ਵੱਲੋਂ ਸਕੂਲਾਂ ਦੇ ਵਿਦਿਆਰਥੀਆਂ ਦੇ ਲਈ ਯੋਜਨਾ ਸਾਂਝੀ ਕੀਤੀ ਗਈ ਹੈ। ਨਾਲ ਹੀ ਉਹਨਾਂ ਇਹ ਵੀ ਸਪਸ਼ਟ ਕਰ ਦਿੱਤਾ ਕਿ ਬਾਕੀ ਦਾ ਫੈਸਲਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਜਾ ਸਕਦਾ ਹੈ।
ਜਾਣਕਾਰੀ ਦੇ ਮੁਤਾਬਕ ਇਹਨਾਂ ਸਕੂਲਸ ਦੇ ਵਿੱਚ ਹੁਣ ਕਲਾਸ ਬੱਬਲਸ ਦੀ ਜ਼ਰੂਰਤ ਨਹੀਂ ਹੋਵੇਗੀ। ਸਕੂਲਾਂ ਦੇ ਵਿੱਚ ਵਿਦਿਆਰਥੀਆਂ ਨੂੰ ਜੋ ਕੁਝ ਰਾਹਤ ਦਿੱਤੀ ਜਾ ਰਹੀ ਹੈ, ਇਸ ਦਾ ਕਾਰਨ ਹੈ ਕਿ ਸੂਬੇ ਦੇ ਵਿੱਚ ਵੱਧ ਗਿਣਤੀ ਆਬਾਦੀ ਨੂੰ ਕੋਵਿਡ-19 ਵੈਕਸੀਨ ਲੱਗ ਚੁੱਕੀ ਹੈ। ਜਾਣਕਾਰੀ ਦੇ ਮੁਤਾਬਕ 12 ਸਾਲ ਤੋਂ 17 ਸਾਲ ਉਮਰ ਵਾਲਿਆਂ ਦੇ ਵਿੱਚੋਂ 83% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਲੱਗ ਚੁੱਕੀ ਹੈ, ਜਦਕਿ 77% ਦੀ ਆਬਾਦੀ ਫੁੱਲੀ ਵੈਕਸੀਨੇਟਡ ਹੈ। ਸਕੂਲਾਂ ਸੰਬੰਧੀ ਇਸ ਯੋਜਨਾ ਦੇ ਮੁਤਾਬਕ ਅਧਿਆਪਕਾਂ ਦੇ ਵਾਸਤੇ ਕੋਵਿਡ-19 ਵੈਕਸੀਨ ਨੂੰ ਲਾਜ਼ਮੀ ਨਹੀਂ ਕੀਤਾ ਗਿਆ। ਨਾਲ ਹੀ ਇਹ ਵੀ ਦੱਸਿਆ ਗਿਆ ਕਿ ਇਹਨਾਂ ਅਧਿਆਪਕਾਂ ਨੂੰ ਅਤੇ ਬਾਕੀ ਸਕੂਲ ਦੇ ਸਟਾਫ ਨੂੰ ਕਲਾਸਾਂ ਦੇ ਵਿੱਚ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੋਵੇਗੀ, ਪਰ ਇਸ ਮੌਕੇ ਦੇ ਉੱਪਰ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਣਾ ਜ਼ਰੂਰੀ ਹੋਵੇਗਾ। ਕੈਨੇਡਾ ਦੇ ਵਿੱਚ ਫੈਡਰਲ ਚੋਣਾਂ ਸੰਬੰਧੀ ਲਗਾਤਾਰ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਨੇ। ਵੱਖ-ਵੱਖ ਪਾਰਟੀਆਂ ਨੂੰ ਜਦੋਂ ਸਵਾਲ ਪੁੱਛਿਆ ਗਿਆ ਕਿ ਉਹਨਾਂ ਦੇ ਉਮੀਦਵਾਰਾਂ ਦੇ ਵਾਸਤੇ ਕੋਵਿਡ-19 ਵੈਕਸੀਨ ਜ਼ਰੂਰੀ ਹੋਵੇਗੀ ਜਾਂ ਫਿਰ ਉਹਨਾਂ ਨੂੰ ਇਸ ਟੀਕੇ ਦੇ ਨਾਲ ਸੰਬੰਧਿਤ ਜਾਣਕਾਰੀ ਪੁੱਛੀ ਜਾਵੇਗੀ, ਤਾਂ ਕੰਜ਼ਰਵੇਟਿਵ ਪਾਰਟੀ ਅਤੇ ਲਿਬਰਲ ਪਾਰਟੀ ਵੱਲੋਂ ਇਸ ਸੰਬੰਧੀ ਅਜੇ ਕੁਝ ਵੀ ਸਪਸ਼ਟ ਨਹੀਂ ਕੀਤਾ ਗਿਆ ਕਿ ਉਹਨਾਂ ਵੱਲੋਂ ਉਮੀਦਵਾਰਾਂ ਦੇ ਲਈ ਕੋਵਿਡ-19 ਵੈਕਸੀਨ ਲਾਜ਼ਮੀ ਕੀਤੀ ਜਾਵੇਗੀ ਜਾਂ ਫਿਰ ਨਹੀਂ। ਉਧਰ ਦੂਜੇ ਪਾਸੇ ਐਨਡੀਪੀ ਵੱਲੋਂ ਦੱਸਿਆ ਗਿਆ ਹੈ ਕਿ ਉਹਨਾਂ ਦੇ 100% ਦੀ ਐਮਪੀਜ਼ ਦੇ ਕੋਵਿਡ-19 ਵੈਕਸੀਨ ਲੱਗ ਚੁੱਕੀ ਹੈ। ਚੋਣਾਂ ਦੇ ਵਿੱਚ ਉਮੀਦਵਾਰਾਂ ਦੇ ਲਈ ਕੋਵਿਡ-19 ਵੈਕਸੀਨ ਲਾਜ਼ਮੀ ਹੋਵੇਗੀ ਜਾਂ ਫਿਰ ਨਹੀਂ, ਇਸ ਦੇ ਬਾਰੇ ਨਾ ਹੀ ਲਿਬਰਲਸ ਤੇ ਨਾ ਹੀ ਕੰਜ਼ਰਵੇਟਿਵਸ ਦੇ ਵੱਲੋਂ ਸਪਸ਼ਟ ਕੀਤਾ ਗਿਆ। ਜਦੋਂ ਇਹਨਾਂ ਪਾਰਟੀਆਂ ਨੂੰ ਪੁੱਛਿਆ ਗਿਆ ਕਿ ਉਮੀਦਵਾਰਾਂ ਦੇ ਲਈ ਕੋਵਿਡ-19 ਵੈਕਸੀਨ ਲਾਜ਼ਮੀ ਹੋਵੇਗੀ ਜਾਂ ਫਿਰ ਉਹਨਾਂ ਨੂੰ ਵੈਕਸੀਨੇਸ਼ਨ ਸਟੇਟਸ ਦੇ ਬਾਰੇ ਪੁੱਛਿਆ ਜਾਵੇਗਾ, ਤਾਂ ਦੋਵਾਂ ਪਾਰਟੀਆਂ ਵੱਲੋਂ ਇਸ ਬਾਰੇ ਸਪਸ਼ਟ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਲਿਬਰਲ ਪਾਰਟੀ ਆਫ ਕੈਨੇਡਾ ਦੇ ਸਪੋਕਸਪਰਸਨ ਵੱਲੋਂ ਇਸ ਸੰਬੰਧੀ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ, ਜਿਸ ਦੇ ਵਿੱਚ ਉਮੀਦਵਾਰਾਂ ਦੇ ਲਈ ਵੈਕਸੀਨੇਸ਼ਨ ਦੇ ਬਾਰੇ ਪੁੱਛਿਆ ਗਿਆ ਸੀ। ਦੱਸਣਯੋਗ ਹੈ ਕਿ ਕੈਨੇਡਾ ਦੇ ਵਿੱਚ ਚੋਣਾਂ ਸੰਬੰਧੀ ਕਿਆਸ ਅਰਾਈਆਂ ਲਗਾਤਾਰ ਤੇਜ਼ ਹੋ ਰਹੀਆਂ ਨੇ। ਕਿਹਾ ਜਾ ਰਿਹਾ ਹੈ ਕਿ ਜਲਦ ਹੀ ਇਹਨਾਂ ਚੋਣਾਂ ਸੰਬੰਧੀ ਐਲਾਨ ਹੋ ਸਕਦਾ ਹੈ। ਇਸ ਦੇ ਚੱਲਦਿਆਂ ਕੈਨੇਡਾ ਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਵੀ ਕਾਫੀ ਤੇਜ਼ ਨਜ਼ਰ ਆ ਰਹੀਆਂ ਨੇ। ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਹਾਲ ਹੀ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਫੈਡਰਲ ਵਰਕਰਸ ਦੇ ਲਈ ਕੋਵਿਡ-19 ਵੈਕਸੀਨ ਨੂੰ ਲਾਜ਼ਮੀ ਕਰਨ ਸੰਬੰਧੀ ਉਹਨਾਂ ਵੱਲੋਂ ਆਪਣੇ ਟਾਪ ਬਿਊਰੋਕਰੇਟ ਦੇ ਨਾਲ ਗੱਲ ਕੀਤੀ ਜਾ ਰਹੀ ਹੈ। ਇਨ੍ਹਾਂ ਫੈਡਰਲ ਵਰਕਰਸ ਦੇ ਵਿੱਚ ਬੈਂਕ, ਏਅਰਲਾਈਨ, ਕਰਾਊਨ ਕਾਰਪੋਰੇਸ਼ਨ, ਬ੍ਰਾਡਕਾਸਟਰਸ, ਟੈਲੀਕਮਿਊਨੀਕੇਸ਼ਨਸ ਕੰਪਨੀ ਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਸ਼ਾਮਿਲ ਹਨ। ਦੱਸ ਦਈਏ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਓਟੂਲ ਫੁੱਲੀ ਵੈਕਸੀਨੇਟਡ ਨੇ, ਪਰ ਉਹਨਾਂ ਵੱਲੋਂ ਉਮੀਦਵਾਰਾਂ ਦੀ ਵੈਕਸੀਨੇਸ਼ਨ ਸਟੇਟਸ ਬਾਰੇ ਅਜੇ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ। ਇਸੇ ਦੇ ਉਲਟ ਐਨਡੀਪੀ ਪਾਰਟੀ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਦੇ 100% ਦੀ ਐਮਪੀਜ਼ ਨੂੰ ਕੋਵਿਡ-19 ਵੈਕਸੀਨ ਦੇ 2 ਡੋਜ਼ ਲੱਗ ਚੁੱਕੇ ਹਨ। ਔਟਵਾ ਤੋਂ 14ਵੀਂ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ, ਜਿੱਥੇ ਗੋਲੀਆਂ ਚੱਲਣ ਦੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜ਼ਖਮੀ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਬਾਰੇ ਉਹਨਾਂ ਵੱਲੋਂ ਵਧੇਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ, ਪਰ ਉਹਨਾਂ ਵੱਲੋਂ ਹੋਮਿਸਾਈਡ ਦੀਆਂ ਘਟਨਾਵਾਂ ਜੋ ਲਗਾਤਾਰ ਸਾਹਮਣੇ ਆ ਰਹੀਆਂ ਨੇ, ਉਸ ਦੇ ਉੱਪਰ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਲੋਅਰ ਟਾਊਨ ਸ਼ਹਿਰ ਦੇ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸ ਸ਼ਹਿਰ ਤੋਂ ਅਜਿਹੀ ਹੋਮਿਸਾਈਡ ਦੀ 14ਵੀਂ ਘਟਨਾ ਸਾਹਮਣੇ ਆਈ ਹੈ, ਜਿਸ ਦੇ ਵਿੱਚ 2 ਵਿਅਕਤੀਆਂ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ। ਲੋਅਰ ਟਾਊਨ ਦੀ ਇਸ ਗੋਲੀਬਾਰੀ ਦੀ ਘਟਨਾ ਸੰਬੰਧੀ ਔਟਵਾ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਸਰਾ ਵਿਅਕਤੀ ਹਸਪਤਾਲ ਦੇ ਵਿੱਚ ਇਲਾਜ ਅਧੀਨ ਹੈ। ਇਹ ਗੋਲੀਬਾਰੀ ਦੀ ਘਟਨਾ ਮੰਗਲਵਾਰ ਰਾਤ ਦੀ ਦੱਸੀ ਗਈ ਹੈ, ਜੋ ਕਿ ਲੋਅਰ ਟਾਊਨ ਏਰੀਆ ਤੋਂ ਸਾਹਮਣੇ ਆਈ। ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਰਾਤ ਨੂੰ 8:20 ਦੇ ਕਰੀਬ ਮੁਰਈ ਸਟਰੀਟ ਦੇ 300 ਬਲਾਕ ਤੋਂ ਗੋਲੀਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਇਸ ਦੌਰਾਨ ਉਹਨਾਂ ਨੂੰ 2 ਵਿਅਕਤੀ ਜ਼ਖਮੀ ਹਾਲਤ ਦੇ ਵਿੱਚ ਮਿਲੇ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਸ ਦੌਰਾਨ ਇੱਕ ਵਿਕਟਮ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਸੀ, ਜਿਸ ਤੋਂ ਬਾਅਦ ਉਸ ਦੀ ਹਸਪਤਾਲ ਦੇ ਵਿੱਚ ਮੌਤ ਹੋ ਗਈ ਅਤੇ ਦੂਸਰੇ ਪੀੜਤ ਦਾ ਹਸਪਤਾਲ ਦੇ ਵਿੱਚ ਅਜੇ ਇਲਾਜ ਚੱਲ ਰਿਹਾ ਹੈ। ਔਟਵਾ ਪੁਲਿਸ ਵੱਲੋਂ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਘਟਨਾ ਸੰਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਦੇ ਨਾਲ 6132361222 ਜਾਂ ਫਿਰ ਕ੍ਰਾਈਮ ਸਟਾਪਰਸ ਦੇ ਨਾਲ 1800222477 ਦੇ ਉੱਪਰ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਇਸ ਸ਼ਹਿਰ ਤੋਂ ਅਜਿਹੀ ਹੋਮਿਸਾਈਡ ਦੀ 14ਵੀਂ ਘਟਨਾ ਸਾਹਮਣੇ ਆਈ ਹੈ, ਜਿਸ ਦੀ ਔਟਵਾ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਵੱਲੋਂ ਇਸ ਘਟਨਾ ਸੰਬੰਧੀ ਵਧੇਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਕੈਨੇਡਾ ਦੇ ਵਿੱਚ ਇਸ ਸਮੇਂ ਵੱਡੀ ਮਾਤਰਾ ਦੇ ਵਿੱਚ ਕੋਵਿਡ-19 ਵੈਕਸੀਨ ਸ਼ਾਰਟ ਪਏ ਨੇ, ਜਿਹੜੇ ਅਜੇ ਵਰਤੋਂ ਦੇ ਵਿੱਚ ਨਹੀਂ ਲੈ ਕੇ ਆਂਦੇ ਗਏ। ਕੈਨੇਡਾ ਦੀਆਂ ਫਰਿੱਜਾਂ ਦੇ ਵਿੱਚ 22 ਮਿਲੀਅਨ ਤੋਂ ਵੱਧ ਡੋਜ਼ਸ ਪਏ ਨੇ, ਜਿਹੜੇ ਅਜੇ ਤੱਕ ਕਿਸੇ ਨੂੰ ਨਹੀਂ ਲਗਾਏ ਗਏ। ਇਸ ਦੇ ਬਾਰੇ ਕੀ ਜਾਣਕਾਰੀ ਹੈ, ਦੱਸਾਂਗੇ ਇਸ ਖਬਰ ਦੇ ਵਿੱਚ। ਕੈਨੇਡਾ ਦੇ ਕੋਲ ਇਸ ਸਮੇਂ ਕਾਫੀ ਜ਼ਿਆਦਾ ਵੈਕਸੀਨ ਪਈ ਹੈ। ਜਾਣਕਾਰੀ ਦੇ ਮੁਤਾਬਕ ਕੈਨੇਡੀਅਨ ਫਰੀਜ਼ਰਸ ਦੇ ਵਿੱਚ ਇਸ ਸਮੇਂ 20 ਮਿਲੀਅਨ ਤੋਂ ਵੱਧ ਕੋਵਿਡ-19 ਵੈਕਸੀਨ ਡੋਜ਼ਸ ਹਨ।
ਹੈਲਥ ਕੈਨੇਡਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਦੇ ਕੋਲ ਫ੍ਰਿਜ ਦੇ ਵਿੱਚ ਇਸ ਸਮੇਂ 22 ਮਿਲੀਅਨ ਦੇ ਕਰੀਬ ਡੋਜ਼ਸ ਪਈਆਂ ਹਨ, ਜਿਹੜੀਆਂ ਕੈਨੇਡਾ ਨੂੰ ਡਿਲੀਵਰ ਹੋਈਆਂ ਪਰ ਅਜੇ ਤੱਕ ਇਸਤੇਮਾਲ ਨਹੀਂ ਕੀਤੀਆਂ ਗਈਆਂ। ਇਸ ਦੇ ਵਿੱਚ ਹੀ 10 ਮਿਲੀਅਨ ਡੋਜ਼ਸ ਦਾ ਰਿਜ਼ਰਵ ਵੀ ਸ਼ਾਮਿਲ ਹੈ। ਇਸ ਸੰਬੰਧੀ ਪ੍ਰੋਕਿਊਰਮੈਂਟ ਮਿਨਿਸਟਰ ਅਨੀਤਾ ਆਨੰਦ ਦਾ ਕਹਿਣਾ ਹੈ ਕਿ ਕਿੰਨੀ ਵੈਕਸੀਨ ਬਾਕੀ ਦੇਸ਼ਾਂ ਨੂੰ ਦਾਨ ਕੀਤੀ ਜਾਵੇਗੀ, ਇਸ ਬਾਰੇ ਅਜੇ ਕੋਈ ਸਪਸ਼ਟ ਜਾਣਕਾਰੀ ਨਹੀਂ ਹੈ, ਕਿਉਂਕਿ ਇਸ ਸਮੇਂ ਕੈਨੇਡਾ ਦੇ ਵਿੱਚ ਕੋਵਿਡ-19 ਵੈਕਸੀਨ ਬੂਸਟਰ ਸੰਬੰਧੀ ਵੀ ਗੱਲਬਾਤ ਚੱਲ ਰਹੀ ਹੈ ਤੇ ਨਾਲ ਹੀ ਇਹ ਵੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਕਿ 12 ਸਾਲ ਤੋਂ ਘੱਟ ਉਮਰ ਵਾਲਿਆਂ ਦੇ ਲਈ ਕਿੰਨੀ ਵੈਕਸੀਨ ਦੀ ਜ਼ਰੂਰਤ ਹੋਵੇਗੀ। ਜਾਣਕਾਰੀ ਦੇ ਮੁਤਾਬਕ ਕੈਨੇਡਾ ਦੇ ਵਿੱਚ ਇਸ ਸਮੇਂ 23.6 ਮਿਲੀਅਨ ਦੇ ਕਰੀਬ ਕੈਨੇਡੀਅਨਸ ਨੂੰ ਕੋਵਿਡ-19 ਵੈਕਸੀਨ ਦੀ 2 ਡੋਜ਼ ਲੱਗ ਚੁੱਕੀ ਹੈ, ਜਿਸ ਦਾ ਮਤਲਬ ਹੈ ਕਿ 71.3% ਦੀ ਆਬਾਦੀ ਇਸ ਸਮੇਂ ਕੈਨੇਡਾ ਦੇ ਵਿੱਚ ਫੁੱਲੀ ਵੈਕਸੀਨੇਟਡ ਹੈ। ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ, ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੇ ਕੀ ਮੌਜੂਦਾ ਹਾਲਾਤ ਨੇ, ਦਵਾਂਗੇ ਜਾਣਕਾਰੀ ਸਾਰੀ ਇਸ ਖਬਰ ਦੇ ਵਿੱਚ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 324 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਅਤੇ 3 ਜਾਨਾਂ ਇਸ ਵਾਇਰਸ ਦੇ ਕਾਰਨ ਗਈਆਂ ਨੇ। ਹੁਣ ਤੱਕ ਇਸ ਸੂਬੇ ਦੇ ਵਿੱਚ 5,53,449 ਦੇ ਕਰੀਬ ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਟੋਰਾਂਟੋ ਤੋਂ 72, ਹੈਮਿਲਟਨ ਤੋਂ 41, ਯਾਰਕ ਰੀਜਨ ਤੋਂ 31, ਪੀਲ ਰੀਜਨ ਤੋਂ 30, ਹਾਲਟਨ ਰੀਜਨ ਤੋਂ 17, ਵਾਟਰਲੂ ਤੋਂ 23 ਮਾਮਲਿਆਂ ਦੀ ਪੁਸ਼ਟੀ ਹੋਈ ਹੈ। 24 ਘੰਟਿਆਂ ਦੌਰਾਨ 3 ਲੋਕਾਂ ਦੀ ਜਾਨ ਗਈ ਹੈ, ਜਿਸ ਤੋਂ ਬਾਅਦ ਹੁਣ ਤੱਕ ਦਾ ਸੂਬੇ ਦੇ ਵਿੱਚ ਮੌਤਾਂ ਦਾ ਅੰਕੜਾ 9,412 ਦੇ ਕਰੀਬ ਪਹੁੰਚ ਗਿਆ। ਓਨਟਾਰੀਓ ਦੇ ਵਿੱਚ ਇਸ ਸਮੇਂ 2,611 ਦੇ ਕਰੀਬ ਐਕਟਿਵ ਮਾਮਲਿਆਂ ਦੀ ਗਿਣਤੀ ਹੈ। ਮਿਨਿਸਟਰੀ ਆਫ ਹੈਲਥ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 108 ਦੇ ਕਰੀਬ ਹੈ। ਕਿਊਬੈਕ ਤੋਂ 24 ਘੰਟਿਆਂ ਦੌਰਾਨ 365 ਮਾਮਲੇ ਸਾਹਮਣੇ ਆਏ ਅਤੇ 2 ਜਾਨਾਂ ਇਸ ਵਾਇਰਸ ਦੇ ਕਾਰਨ ਗਈਆਂ। ਹੁਣ ਤੱਕ ਸੂਬੇ ਦੇ ਵਿੱਚ 3,80,038 ਦੇ ਕਰੀਬ ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। 11,242 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। ਹਸਪਤਾਲ ਦੇ ਵਿੱਚ 67 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 22 ਇੰਟੈਂਸਿਵ ਕੇਅਰ ਅਧੀਨ ਹਨ। ਇਸ ਸੂਬੇ ਦੇ ਵਿੱਚ 84% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ 1 ਡੋਜ਼ ਅਤੇ 70% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀਆਂ 2 ਡੋਜ਼ ਲਗਾਈਆਂ ਗਈਆਂ। ਮੈਨੀਟੋਬਾ ਤੋਂ 24 ਘੰਟਿਆਂ ਦੌਰਾਨ 36 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ। ਕੈਨੇਡਾ ਦੇ ਵਿੱਚ ਹੁਣ ਤੱਕ 14.4 ਮਿਲੀਅਨ ਦੇ ਕਰੀਬ ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 26,686 ਦੇ ਕਰੀਬ ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। ਇਸ ਦੇ ਨਾਲ ਹੀ ਕੈਨੇਡਾ ਦੇ ਵਿੱਚ 14 ਮਿਲੀਅਨ ਦੇ ਕਰੀਬ ਰਿਕਵਰਡ ਮਾਮਲਿਆਂ ਦੀ ਗਿਣਤੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੁਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਦਾ ਅੰਤਰਰਾਸ਼ਟਰੀ ਯਾਤਰਾ ਦੇ ਲਈ ਐਲਾਨ, ਜ਼ਰੂਰੀ ਹੋਵੇਗਾ ਕੋਵਿਡ-19 ਵੈਕਸੀਨ ਪਾਸਪੋਰਟ। ਅਮਰੀਕਾ ਨੇ ਕੈਨੇਡਾ ਨੂੰ ਦਿੱਤੀ ਯਾਤਰਾ ਦੇ ਲਈ ਢਿੱਲ, ਨਹੀਂ ਹੋਇਆ ਬਾਰਡਰ ਖੋਲ੍ਹਣ ਦਾ ਅਜੇ ਐਲਾਨ। ਮਾਲ ਦੇ ਬਾਹਰ ਹੋਈ ਲੜਾਈ ਦੀ ਅਪਡੇਟ, ਪੰਜਾਬੀਆਂ ਦੇ ਨਾਮ ਆਏ ਇਸ ਦੇ ਵਿੱਚ ਸਾਹਮਣੇ। ਕੈਨੇਡਾ ਦਾ ਔਰਤਾਂ ਲਈ ਨਵਾਂ ਐਲਾਨ, ਚਲਾਏ ਜਾਣਗੇ 11 ਨਵੇਂ ਪ੍ਰੋਜੈਕਟ। ਏਅਰਪੋਰਟ ਦੇ ਬਦਲੇ ਨਿਯਮ, ਹੁਣ ਕੋਰੋਨਾ ਟੈਸਟ ਹੋਏ ਬੰਦ। ਹੈਲੀਕਾਪਟਰ ਦੇ ਵਿੱਚ ਕੇਕ ਲੈਣ ਗਿਆ ਵਿਅਕਤੀ, ਪੁਲਿਸ ਨੇ ਲਗਾਏ ਵਿਅਕਤੀ ਤੇ ਚਾਰਜ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।